ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਗੱਲਬਾਤ ਉਹਨਾਂ ਖਬਰਾਂ ਦੀ ਕਰਾਂਗੇ ਜਿਹੜੀਆਂ ਇਸ ਹਫਤੇ ਕੈਨੇਡਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ। ਜਾਣੀ ਕਿ ਇਸ ਹਫਤੇ ਦੀਆਂ ਖਾਸ ਖਬਰਾਂ ਦੀ ਗੱਲ ਕਰਾਂਗੇ, ਜਿਸ ਦੇ ਨਾਲ ਸੰਬੰਧਿਤ ਤੁਹਾਨੂੰ ਜਾਣਕਾਰੀ ਦੇਵਾਂਗੇ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣ ਦੀਆਂ ਖਬਰਾਂ ਦੇ ਉੱਪਰ। ਭਾਰਤ ਨਾਲ ਉਡਾਣਾਂ ਬੰਦ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਘਟ ਹੋਏ ਕੋਰੋਨਾ ਮਾਮਲੇ ਹੈਲਥ ਕੈਨੇਡਾ ਨੇ ਸਾਂਝੀ ਕੀਤੀ ਜਾਣਕਾਰੀ। ਬਰਨਵੀ ਦੇ ਵਿੱਚ ਕਤਲ ਕੀਤੇ ਨੌਜਵਾਨ ਦੀ ਹੋਈ ਪਹਿਚਾਣ। ਕਤਲ ਹੋਣ ਵਾਲਾ ਨੌਜਵਾਨ ਨਿਕਲਿਆ ਪੰਜਾਬੀ। ਨਹੀਂ ਰੁਕ ਰਹੀ ਕੈਨੇਡਾ ਦੇ ਵਿੱਚ ਗੈਂਗ ਵਾਰ। ਵੈਨਕੂਵਰ 에ਅਰਪੋਰਟ ਦੇ ਉੱਪਰ ਕਰਮਨ ਗਰੇਵਾਲ ਦਾ ਕਤਲ। ਵਿਦਿਆਰਥੀ ਪੱਕੇ ਹੋਣ ਦੀ ਨਾ ਛੱਡਣ ਉਮੀਦ। IRCC ਵਿਦਿਆਰਥੀਆਂ ਦੇ ਲਈ ਕਰ ਸਕਦੀ ਵੱਡਾ ਐਲਾਨ। ਟਰੂਡੋ ਦਾ ਕੈਨੇਡਾ ਤੋਂ ਪਾਬੰਦੀਆਂ ਹਟਾਉਣ ਦੇ ਬਾਰੇ ਐਲਾਨ। ਟਰੂਡੋ ਨੇ ਦੱਸਿਆ ਕਦੋਂ ਹਟਣਗੀਆਂ ਪਾਬੰਦੀਆਂ। ਕੈਨੇਡਾ ਨੇ ਭਾਰਤ ਭੇਜੇ 300 ਵੈਂਟੀਲੇਟਰ। ਹਰਜੀਤ ਸੱਜਣ ਨੇ ਦਿੱਤੀ ਜਾਣਕਾਰੀ। ਕੈਨੇਡਾ ਰਹਿਣ ਵਾਲਿਆਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਹੁਣ ਮਿਲ ਸਕਦੇ ਨੇ। IRCC ਵੱਲੋਂ ਇਸ ਸੰਬੰਧੀ ਯਾਤਰਾ ਦੇ ਵਿੱਚ ਢਿੱਲ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਸੰਬੰਧਿਤ ਉਹਨਾਂ ਵੱਲੋਂ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਸਾਂਝੀ ਕੀਤੀ ਜਾਵੇਗੀ। ਪਰ ਹੁਣ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜੇ ਕੈਨੇਡਾ ਰਹਿਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਪਰਿਵਾਰਕ ਮੈਂਬਰ ਮਿਲ ਸਕਦੇ ਨੇ। ਜੇਕਰ ਤੁਹਾਡਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਤਾਂ ਤੁਹਾਨੂੰ ਕੋਰੋਨਾ ਦੇ ਨਾਲ ਸੰਬੰਧਿਤ ਯਾਤਰਾ ਪਾਬੰਦੀਆਂ ਤੋਂ ਰਾਹਤ ਦਿੱਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਜਿਹੜੇ ਕੈਨੇਡਾ ਦੇ ਵਿੱਚ ਟੈਂਪਰੇਰੀ ਰੈਜ਼ੀਡੈਂਟ ਦੇ ਤੌਰ ਦੇ ਉੱਪਰ ਵੀ ਰਹਿ ਰਹੇ ਨੇ ਉਹਨਾਂ ਨੂੰ ਵੀ ਪਰਿਵਾਰ ਦੇ ਨਾਲ ਮਿਲਣ ਦਾ ਮੌਕਾ ਦਿੱਤਾ ਜਾ ਸਕਦਾ ਹੈ। ਇਮੀਗ੍ਰੇਸ਼ਨ, ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਇਸ ਦੇ ਨਾਲ ਸੰਬੰਧਿਤ ਪਾਲਿਸੀਜ਼ ਲੈ ਕੇ ਆ ਸਕਦਾ ਹੈ। ਕੈਨੇਡਾ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਕਾਰਨ ਯਾਤਰਾ ਸੰਬੰਧੀ ਪਾਬੰਦੀਆਂ ਜਾਰੀ ਨੇ। ਜੇਕਰ ਤੁਸੀਂ ਕੈਨੇਡਾ ਯਾਤਰਾ ਕਰਕੇ ਆਉਂਦੇ ਹੋ ਤਾਂ ਤੁਹਾਡਾ ਕੈਨੇਡਾ ਪਹੁੰਚਣ ਦੇ ਉੱਪਰ ਕੋਰੋਨਾ ਟੈਸਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਤੁਹਾਨੂੰ ਹੋਟਲ ਦੇ ਵਿੱਚ 3 ਦਿਨਾਂ ਦੇ ਲਈ ਕੁਆਰੰਟਾਈਨ ਕਰਨਾ ਪੈਂਦਾ ਹੈ। ਜੇਕਰ ਤੁਹਾਡੀ ਰਿਪੋਰਟ ਨੈਗੇਟਿਵ ਆਉਂਦੀ ਹੈ ਤੇ ਬਾਕੀ ਦਿਨ ਤੁਸੀਂ ਘਰ ਦੇ ਵਿੱਚ ਇਕਾਂਤਵਾਸ ਕਰ ਸਕਦੇ ਹੋ। ਜੇਕਰ ਰਿਪੋਰਟ ਪੋਜ਼ਿਟਿਵ ਆਉਂਦੀ ਹੈ ਤਾਂ ਸਰਕਾਰੀ ਜਗ੍ਹਾ ਦੇ ਉੱਪਰ ਕੁਆਰੰਟਾਈਨ ਕਰਨਾ ਪੈਂਦਾ ਹੈ। ਇਸ ਸਭ ਦੇ ਚੱਲਦਿਆਂ ਹੁਣ ਕੈਨੇਡਾ ਵੱਲੋਂ ਯਾਨੀ ਕਿ IRCC ਵਿਭਾਗ ਵੱਲੋਂ ਮੌਕਾ ਦਿੱਤਾ ਜਾ ਸਕਦਾ ਹੈ ਕਿ ਤੁਸੀਂ ਕੈਨੇਡਾ ਰਹਿੰਦੇ ਆਪਣੇ ਪਰਿਵਾਰ ਨੂੰ ਮਿਲ ਸਕੋ। ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਜਾਂ ਫਿਰ PR ਦੇ ਇਮੀਡੀਏਟ ਫੈਮਿਲੀ ਮੈਂਬਰ ਹੋ, ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ, ਪਰਿਵਾਰ ਦੇ ਨਾਲ ਮਿਲਣਾ ਚਾਹੁੰਦੇ ਹੋ ਤਾਂ ਤੁਹਾਨੂੰ 5 ਦਿਨਾਂ ਦੀ ਸਟੇ ਜਾਂ ਫਿਰ ਇਸ ਤੋਂ ਵੱਧ ਸਮੇਂ ਦੇ ਬਾਰੇ ਯੋਜਨਾ ਬਣਾਉਣੀ ਹੋਵੇਗੀ। ਇਮੀਡੀਏਟ ਫੈਮਿਲੀ ਦੇ ਵਿੱਚ ਸਪਾਊਸ ਜਾਂ ਫਿਰ ਕਾਮਨ ਲਾਅ ਪਾਰਟਨਰ, ਡਿਪੈਂਡੈਂਟ ਚਾਈਲਡ ਆਫ ਡਿਪੈਂਡੈਂਟ ਚਾਈਲਡ, पेरेंट और स्टेप पेरेंट, गार्डियन और ट्यूटर ਨੂੰ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ, ਜੇਕਰ ਤੁਸੀਂ US ਤੋਂ ਟਰੈਵਲ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ IRCC ਤੋਂ ਰਿਟਨ ਆਥੋਰਾਈਜ਼ੇਸ਼ਨ ਹੋਣੀ ਚਾਹੀਦੀ ਹੈ। ਇਸ ਦੇ ਵਾਸਤੇ ਤੁਸੀਂ ਕੈਨੇਡਾ ਦੇ ਵਿੱਚ ਰਹਿੰਦੇ ਆਪਣੇ ਫੈਮਿਲੀ ਮੈਂਬਰ ਨੂੰ ਕਹਿ ਸਕਦੇ ਹੋ ਕਿ ਉਹ ਆਥੋਰਾਈਜ਼ੇਸ਼ਨ ਐਂਡ ਸਟੇਚਰੀ ਡੈਕਲੇਰੇਸ਼ਨ ਫਾਰਮ ਨੂੰ ਪੂਰਾ ਕਰੇ। ਇਸ ਤੋਂ ਬਾਅਦ ਇਹ ਫਾਰਮ ਤੁਹਾਨੂੰ ਸਾਈਨ ਕਰਨਾ ਹੋਵੇਗਾ। ਇਸ ਦੇ ਉੱਪਰ ਤੁਹਾਡੇ ਪਰਿਵਾਰਕ ਮੈਂਬਰ ਦੇ ਦਸਤਖਤ ਹੋਣੇ ਵੀ ਜ਼ਰੂਰੀ ਨੇ, ਜਿਸ ਤੋਂ ਬਾਅਦ ਰਿਟਨ ਆਥੋਰਾਈਜ਼ੇਸ਼ਨ ਦੇ ਵਾਸਤੇ ਰਿਕੁਐਸਟ ਪਾਈ ਜਾ ਸਕਦੀ ਹੈ। ਰੈਸਲਰ ਅਰਜਨ ਸਿੰਘ ਭੁੱਲਰ ਵੱਲੋਂ ਪੰਜਾਬੀਆਂ ਦਾ ਮਾਣ ਵਧਾਇਆ ਗਿਆ। ਉਹਨਾਂ ਵੱਲੋਂ ਚੋਟੀ ਦੀ ਚੈਂਪੀਅਨਸ਼ਿਪ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਗਈ ਹੈ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਟਵਿੱਟਰ ਦੇ ਉੱਪਰ ਸਾਂਝੀ ਕੀਤੀ, ਜਿੱਥੇ ਦੱਸਿਆ ਕਿ ਇਤਿਹਾਸ ਸਿਰਜਿਆ ਗਿਆ। ਇਹਨਾਂ ਨੇ ਅਰਜਨ ਸਿੰਘ ਭੁੱਲਰ ਵੱਲੋਂ ਇੱਕ ਹੋਰ ਵੱਡੀ ਚੈਂਪੀਅਨਸ਼ਿਪ ਵਿੱਚ ਜਾਣ ਦਾ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਨੇ ਕਿਹਾ ਕਿ ਇਸ ਨੂੰ ਚੇਤਾਵਨੀ ਦੇ ਤੌਰ ਦੇ ਉੱਪਰ ਲਿਆ ਜਾਵੇ। ਸਾਬਕਾ UFP ਰੈਸਲਿੰਗ ਕੋਚ ਅਰਜਨ ਸਿੰਘ ਭੁੱਲਰ ਵੱਲੋਂ MMA ਚੈਂਪੀਅਨਸ਼ਿਪ ਜਿੱਤੀ ਗਈ ਹੈ। ਅਰਜਨ ਸਿੰਘ ਭੁੱਲਰ ਅਜਿਹਾ ਪਹਿਲਾ ਭਾਰਤੀ ਮੂਲ ਦਾ ਖਿਡਾਰੀ ਹੈ ਜਿਸ ਨੇ MMA ਚੈਂਪੀਅਨਸ਼ਿਪ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਵੱਲੋਂ ਇਸ ਦੀ ਜਾਣਕਾਰੀ ਖੁਦ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਲਿਖਿਆ ਕਿ ਅਸੀਂ ਕਰ ਦਿਖਾਇਆ। ਜੇ ਸੁਪਨੇ ਦੇਖਦੇ ਹੋ ਤਾਂ ਉਹਨਾਂ ਨੂੰ ਪੂਰਾ ਕਰਨ ਦੀ ਚਾਹਤ ਰੱਖੋ। ਸਪੋਰਟ ਕਰਨ ਦੇ ਵਾਸਤੇ ਸਭ ਦਾ ਧੰਨਵਾਦ। ਇਤਿਹਾਸ ਬਣ ਗਿਆ। ਇਸ ਚੈਂਪੀਅਨਸ਼ਿਪ ਦੇ ਵਿੱਚ ਅਰਜਨ ਵੱਲੋਂ ਵੀਰਾ ਨੂੰ ਹਰਾਇਆ ਗਿਆ, ਜੋ ਕਿ 2015 ਤੋਂ ਹੀ ਚੋਟੀ ਦੀ ਪੋਜੀਸ਼ਨ ਦੇ ਉੱਪਰ ਹੈ। ਅਰਜਨ ਸਿੰਘ ਭੁੱਲਰ ਵੱਲੋਂ ਕਿਹਾ ਗਿਆ ਕਿ ਉਹ ਹੁਣ AEW WWE ਦੇ ਵਿੱਚ ਵੀ ਆਉਣਗੇ। ਇਸ ਨੂੰ ਇੱਕ ਚੇਤਾਵਨੀ ਦੇ ਤੌਰ ਦੇ ਉੱਪਰ ਸਮਝਿਆ ਜਾਵੇ। ਭੁੱਲਰ ਨੇ ਪਹਿਲਾਂ UFC ਦੇ ਵਿੱਚ ਵੀ ਹਿੱਸਾ ਲਿਆ, ਜਿੱਥੇ ਉਹਨਾਂ ਦਾ ਰੈਕੋਰਡ 3-1 ਦਾ ਸੀ। ਅਰਜਨ ਭੁੱਲਰ ਵੱਲੋਂ 2012 ਦੇ ਵਿੱਚ ਸਮਰ ਓਲੰਪਿਕਸ ਦੇ ਦੌਰਾਨ ਕੈਨੇਡਾ ਨੂੰ ਰਿਪਰੈਜ਼ੈਂਟ ਕੀਤਾ ਗਿਆ ਸੀ।
2010 ਕਾਮਨਵੈਲਥ ਗੇਮ ਦੇ ਵਿੱਚ ਉਹਨਾਂ ਵੱਲੋਂ 골ਡ, 2007 ਪੈਨ ਅਮਰੀਕਨ ਗੇਮਸ ਦੇ ਵਿੱਚ ਉਹਨਾਂ ਵੱਲੋਂ ਬ੍ਰੌਂਜ਼ ਮੈਡਲ ਜਿੱਤਿਆ ਗਿਆ। 2019 ਦੇ ਵਿੱਚ ਉਹਨਾਂ ਦੇ ਨਾਮ CIS ਰੈਸਲਿੰਗ ਟਾਈਟਲ ਹੋਇਆ। ਭੁੱਲਰ ਵੱਲੋਂ ਰਿਚਮੰਡ ਬੇਸਡ ਭੁੱਲਰ ਰੈਸਲਿੰਗ ਕਲੱਬ ਵੀ ਚਲਾਇਆ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਗੈਂਗ ਵਾਰ ਰੁਕਣ ਦਾ ਨਾਮ ਨਹੀਂ ਲੈ ਰਹੀ। ਲੋਅਰ ਮੇਨਲੈਂਡ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਜੋ ਕਿ ਗੈਂਗ ਵਾਰ ਦੇ ਨਾਲ ਸੰਬੰਧਿਤ ਸਨ। ਵੈਨਕੂਵਰ 에ਅਰਪੋਰਟ ਦੇ ਬਾਹਰ ਇੱਕ ਪੰਜਾਬੀ ਨੌਜਵਾਨ ਦੇ ਉੱਪਰ ਗੋਲੀਆਂ ਮਾਰੀਆਂ ਗਈਆਂ। ਇਸ ਦੇ ਕਾਰਨ ਉਸ ਦੀ ਮੌਤ ਹੋ ਗਈ। ਇਸ ਦੀ ਪਹਿਚਾਣ ਕਰਮਨ ਗਰੇਵਾਲ ਦੇ ਤੌਰ ਦੇ ਉੱਪਰ ਦੱਸੀ ਗਈ, ਜਿਸ ਦੀ ਉਮਰ 27 ਤੋਂ 28 ਸਾਲ ਦੇ ਵਿਚਕਾਰ ਦੀ ਜਾਣਕਾਰੀ ਦਿੱਤੀ ਗਈ। ਲੋਅਰ ਮੇਨਲੈਂਡ ਦੇ ਵਿੱਚ ਹੋ ਰਹੀਆਂ ਗੈਂਗ ਵਾਰ ਦੀਆਂ ਘਟਨਾਵਾਂ ਤੋਂ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹਨ। 3 ਹਫ਼ਤਿਆਂ ਦੇ ਵਿੱਚ ਇੱਥੇ 10ਵੀਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਜਿਹੜੀਆਂ ਇਹ ਘਟਨਾਵਾਂ ਹੋਈਆਂ, ਇਹਨਾਂ ਵਿੱਚ ਕਈਆਂ ਦੀ ਜਾਨ ਵੀ ਜਾ ਚੁੱਕੀ ਹੈ। ਇੱਕ ਪਾਸੇ ਆਮ ਲੋਕ ਇਹਨਾਂ ਗੈਂਗ ਵਾਰ ਤੋਂ ਖਾਸੇ ਪਰੇਸ਼ਾਨ ਨੇ ਤੇ ਦੂਜੇ ਪਾਸੇ ਸਰਕਾਰ ਦੇ ਵਾਸਤੇ ਵੀ ਇਸ ਸਿਰਦਰਦੀ ਬਣਦੀ ਜਾ ਰਹੀ ਹੈ। ਤਾਜ਼ਾ ਮਾਮਲਾ ਵੈਨਕੂਵਰ ਦੇ 에ਅਰਪੋਰਟ ਤੋਂ ਸਾਹਮਣੇ ਆਇਆ, ਜਿੱਥੇ ਗੈਂਗ ਵਾਰ ਦੇ ਚੱਲਦਿਆਂ ਕਰਮਨ ਗਰੇਵਾਲ ਦਾ ਕਤਲ ਕਰ ਦਿੱਤਾ ਗਿਆ। ਵੈਨਕੂਵਰ ਦੇ ਵਿੱਚ ਇਹ ਜੋ ਘਟਨਾ ਵਾਪਰੀ ਹੈ, ਉਸਨੇ ਸਭ ਨੂੰ ਹੈਰਾਨ ਕਰ ਦਿੱਤਾ। ਇਸ ਘਟਨਾ ਦੇ ਉੱਪਰ ਡਿਫੈਂਸ ਮਿਨਿਸਟਰ ਅਤੇ ਮਿਨਿਸਟਰ ਆਫ ਪਬਲਿਕ ਸੇਫਟੀ ਵੱਲੋਂ ਟਵੀਟ ਕੀਤੇ ਗਏ ਨੇ। ਇਸ ਘਟਨਾ ਦੇ ਉੱਪਰ ਮਿਨਿਸਟਰ ਆਫ ਸੇਫਟੀ ਬਿਲ ਬਲੇਅਰ ਦਾ ਕਹਿਣਾ ਹੈ ਕਿ ਇਸ ਘਟਨਾ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਹੈਰਾਨ ਕੀਤਾ ਹੈ। ਉਹਨਾਂ ਕਿਹਾ ਕਿ ਮੇਰੇ ਵਿਚਾਰ ਭਾਈਚਾਰੇ ਦੇ ਨਾਲ ਹਨ, ਜਿਨ੍ਹਾਂ ਨੂੰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਕਿਹਾ ਗਿਆ ਕਿ ਮੈਂ ਕਾਫੀ ਜ਼ਿਆਦਾ ਹੈਰਾਨ ਹਾਂ ਜੋ ਘਟਨਾ ਵੈਨਕੂਵਰ ਇੰਟਰਨੈਸ਼ਨਲ 에ਅਰਪੋਰਟ ਦੇ ਉੱਪਰ ਵਾਪਰੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਮੈਂ ਪੁਲਿਸ ਦਾ ਧੰਨਵਾਦੀ ਹਾਂ ਕਿਉਂਕਿ ਉਹਨਾਂ ਵੱਲੋਂ ਇਸ ਸੰਬੰਧੀ ਤੁਰੰਤ ਐਕਸ਼ਨ ਲਿਆ ਗਿਆ। ਵੈਨਕੂਵਰ ਦੇ 에ਅਰਪੋਰਟ ਤੋਂ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ। ਵੈਨਕੂਵਰ ਦੇ 에ਅਰਪੋਰਟ ਦੇ ਉੱਪਰ ਗੈਂਗ ਵਾਰ ਦੇ ਚੱਲਦਿਆਂ ਕਰਮਨ ਗਰੇਵਾਲ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਕਰਮਨ ਗਰੇਵਾਲ ਦੀ ਉਮਰ 27 ਤੋਂ 28 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਇਸ ਦਾ ਨਾਮ ਪਹਿਲਾਂ ਵੀ ਗੈਂਗ ਵਾਰ ਦੇ ਨਾਲ ਜੁੜਦਾ ਰਿਹਾ ਹੈ। ਕਰਮਨ ਗਰੇਵਾਲ ਯੂਨਾਈਟਿਡ ਗੈਂਗ ਦਾ ਮੈਂਬਰ ਸੀ ਅਤੇ ਪੁਲਿਸ ਵੱਲੋਂ ਇਸ ਨੂੰ ਵਾਂਟਡ ਕਰਾਰ ਦਿੱਤਾ ਗਿਆ ਸੀ। ਵੈਨਕੂਵਰ 에ਅਰਪੋਰਟ ਦੇ ਉੱਪਰ ਜੋ ਘਟਨਾ ਵਾਪਰੀ ਹੈ, ਇਸ ਤੋਂ ਪਹਿਲਾਂ ਵੀ ਕਈ ਗੈਂਗ ਦੇ ਨਾਲ ਸੰਬੰਧਿਤ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਵੈਨਕੂਵਰ, ਡੈਲਟਾ, ਸਰੀ, ਇੱਥੋਂ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਆਮ ਲੋਕਾਂ ਦੇ ਵਿੱਚ ਇਸ ਘਟਨਾ ਤੋਂ ਬਾਅਦ ਡਰ ਇਸ ਕਰਕੇ ਵੀ ਹੈ ਕਿਉਂਕਿ ਜਿੱਥੇ ਸਭ ਤੋਂ ਜ਼ਿਆਦਾ ਸੁਰੱਖਿਆ ਹੁੰਦੀ ਹੈ, ਜਾਣੀ ਕਿ ਵੈਨਕੂਵਰ 에ਅਰਪੋਰਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਥੇ ਕਾਫੀ ਜ਼ਿਆਦਾ ਸੁਰੱਖਿਆ ਸੀ। ਇੱਥੇ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਸੁਰੱਖਿਆ ਦੇ ਉੱਪਰ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿਖੇ ਗੈਂਗ ਵਾਰ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਹੈ, ਜਿਸ ਦੇ ਵਿੱਚ ਹੁਣ ਤੱਕ ਸੈਂਕੜੇ ਪੰਜਾਬੀ ਨੌਜਵਾਨ ਆਪਣੀ ਜਾਨ ਗਵਾ ਚੁੱਕੇ ਹਨ। ਜੇਕਰ ਦੂਸਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਉਹ ਬਰਨਵੀ ਤੋਂ ਸਾਹਮਣੇ ਆਇਆ, ਜੋ ਘਟਨਾ ਮਈ 8 ਸ਼ਨੀਵਾਰ ਸ਼ਾਮ ਦੀ ਦੱਸੀ ਗਈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਘਟਨਾ ਦੇ ਵਿੱਚ ਵਿਕਟਮ ਦੀ ਪਹਿਚਾਣ ਟੋਨੀ ਡੈਲਪੀ ਦੇ ਤੌਰ ਦੇ ਉੱਪਰ ਹੋਈ ਹੈ, ਜਿਸ ਦੀ ਉਮਰ 19 ਸਾਲ ਦੱਸੀ ਗਈ। ਇਹ ਘਟਨਾ ਬਰਨਵੀ ਦੀ ਪੰਜਾਬੀ ਮਾਰਕੀਟ ਦੇ ਨੇੜੇ ਵਾਪਰੀ ਸੀ। ਇਸੇ ਦੇ ਚੱਲਦਿਆਂ ਹੁਣ ਇੱਕ ਵਿਅਕਤੀ ਦੇ ਉੱਪਰ ਚਾਰਜ ਵੀ ਲਗਾਏ ਗਏ ਹਨ। ਇਸ ਘਟਨਾ ਦੇ ਵਿਕਟਮ ਟੋਨੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਟੋਨੀ ਡੈਲਪੀ ਵੱਲੋਂ ਇੱਕ ਗੋ ਫੰਡ ਵੀ ਚਲਾਇਆ ਗਿਆ ਹੈ, ਜੋ ਕਿ ਉਸਦੇ ਪਰਿਵਾਰ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਕਿ ਟੋਨੀ ਦੀ ਮ੍ਰਿਤਕ ਦੇਹ ਨੂੰ ਉਸਦੇ ਪਰਿਵਾਰ ਤੱਕ, ਜਾਣੀ ਕਿ ਉਸਦੇ ਘਰ ਤੱਕ ਭੇਜਿਆ ਜਾਵੇ। ਟੋਨੀ ਡੈਲਪੀ ਕਸੋਵੋ ਦੇ ਨਾਲ ਸੰਬੰਧਿਤ ਹੈ, ਜਿੱਥੇ ਇਸ ਦੀ ਮ੍ਰਿਤਕ ਦੇਹ ਨੂੰ ਭੇਜਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਲੋਅਰ ਮੇਨਲੈਂਡ ਤੋਂ ਜਿਹੜੇ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ, ਉਸ ਦੇ ਨਾਲ ਆਮ ਲੋਕਾਂ ਦੇ ਵਿੱਚ ਵੀ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਕੁਝ ਹੀ ਹਫ਼ਤਿਆਂ ਦੇ ਵਿੱਚ ਇੱਥੇ ਕਈ ਅਜਿਹੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 90,000 ਦੇ ਕਰੀਬ ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਐਸੈਂਸ਼ੀਅਲ ਵਰਕਰਸ ਨੂੰ ਕੈਨੇਡਾ ਦੇ ਵਿੱਚ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। 24 ਘੰਟਿਆਂ ਦੌਰਾਨ ਇੰਟਰਨੈਸ਼ਨਲ ਗ੍ਰੈਜੂਏਟ ਦੀ ਸਟ੍ਰੀਮ ਪੂਰੀ ਹੋ ਗਈ। ਜੋ ਕੋਟਾ 40,000 ਅਰਜ਼ੀਆਂ ਦਾ ਤੈਅ ਕੀਤਾ ਗਿਆ ਸੀ, ਉਹ 24 ਹੀ ਘੰਟਿਆਂ ਦੇ ਵਿੱਚ ਪੂਰਾ ਹੋ ਗਿਆ। ਪਰ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਜਿਹੜੇ ਵਿਦਿਆਰਥੀ ਨੇ ਉਹ ਕੈਨੇਡਾ ਦੇ ਵਿੱਚ ਪੱਕੇ ਹੋਣ ਦੀ ਆਸ ਨਾ ਛੱਡਣ, ਕਿਉਂਕਿ ਇਸ ਦੇ ਨਾਲ ਸੰਬੰਧਿਤ IRCC ਵੱਲੋਂ ਇੱਕ ਨਵਾਂ ਤੇ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ
ਜੋ ਨਵੇਂ ਪ੍ਰੋਗਰਾਮ ਲਿਆਂਦੇ ਗਏ ਜਿਸ ਦੇ ਤਹਿਤ 90,000 ਇੰਟਰਨੈਸ਼ਨਲ ਗ੍ਰੈਜੂਏਟਸ ਅਤੇ ਐਸੈਂਸ਼ੀਅਲ ਵਰਕਰਸ ਨੂੰ PR ਹਾਸਲ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ, ਇਸ ਦੇ ਲਈ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ। ਇੰਟਰਨੈਸ਼ਨਲ ਗ੍ਰੈਜੂਏਟਸ ਦੇ ਵਾਸਤੇ ਇੱਕ ਅਪਡੇਟ ਸਾਹਮਣੇ ਆਈ ਹੈ। ਇਸ ਪ੍ਰੋਗਰਾਮ ਦੇ ਤਹਿਤ ਇੰਟਰਨੈਸ਼ਨਲ ਗ੍ਰੈਜੂਏਟਸ ਦੇ ਲਈ ਜੋ ਕੋਟਾ ਤੈਅ ਕੀਤਾ ਗਿਆ ਸੀ ਉਹ ਤਾਂ ਪੂਰਾ ਹੋ ਚੁੱਕਿਆ ਹੈ, ਪਰ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਅਜੇ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ IRCC ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਨਵਾਂ ਐਲਾਨ ਕੀਤਾ ਜਾ ਸਕਦਾ ਹੈ। ਐਸੈਂਸ਼ੀਅਲ ਵਰਕਰਸ ਦੇ ਕੋਲ ਅਜੇ ਵੀ ਮੌਕਾ ਹੈ ਕਿ ਉਹ ਜਲਦ ਤੋਂ ਜਲਦ ਆਪਣੀਆਂ ਅਰਜ਼ੀਆਂ ਇਸ ਪ੍ਰੋਗਰਾਮ ਦੇ ਤਹਿਤ ਲਗਾਉਣ ਕਿਉਂਕਿ 90,000 ਦਾ ਤੈਅ ਕੀਤਾ ਕੋਟਾ ਅਜੇ ਪੂਰਾ ਨਹੀਂ ਹੋਇਆ। ਹੁਣ ਤੱਕ ਦੀ ਜਾਣਕਾਰੀ ਦੇ ਮੁਤਾਬਕ 49,000 ਦੇ ਕਰੀਬ ਐਪਲੀਕੇਸ਼ਨਸ ਆਈਆਂ ਨੇ। ਦੱਸ ਦਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ IRCC ਵੱਲੋਂ ਇੰਟਰਨੈਸ਼ਨਲ ਗ੍ਰੈਜੂਏਟ ਸਟਰੀਮ ਦੇ ਅਧੀਨ ਹੋਰ ਵੀ ਐਪਲੀਕੇਸ਼ਨਸ ਜਾਣੀ ਕਿ ਅਰਜ਼ੀਆਂ ਮਨਜ਼ੂਰ ਕੀਤੀਆਂ ਜਾਣ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੂੰ ਜਿਹੜੀਆਂ 4,000 ਐਪਲੀਕੇਸ਼ਨਸ ਮਿਲੀਆਂ ਨੇ ਉਹਨਾਂ ਨੂੰ ਰਿਵਿਊ ਕੀਤਾ ਜਾਵੇਗਾ। ਇਹਨਾਂ ਵਿੱਚੋਂ ਕਈ ਐਪਲੀਕੇਸ਼ਨਸ ਰਿਫਿਊਜ਼ ਵੀ ਹੋ ਸਕਦੀਆਂ ਨੇ ਜਿਨ੍ਹਾਂ ਵੱਲੋਂ IRCC ਦਾ ਕ੍ਰਾਈਟੇਰੀਆ ਪੂਰਾ ਨਹੀਂ ਕੀਤਾ ਗਿਆ। ਫਿਲਹਾਲ IRCC ਵੱਲੋਂ ਇਸ ਦੇ ਉੱਪਰ ਕੋਈ ਵੀ ਬਿਆਨ ਜਾਂ ਫਿਰ ਕਮੈਂਟ ਨਹੀਂ ਕੀਤਾ ਗਿਆ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਅਜਿਹਾ ਕੁਝ ਸਰਪ੍ਰਾਈਜ਼ਿੰਗ ਜਾਣੀ ਕਿ ਹੈਰਾਨ ਕਰਨ ਵਾਲਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਕੈਨੇਡਾ ਵੱਲੋਂ ਆਪਣੇ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਇਹ ਟੀਚਾ ਮਿੱਥਿਆ ਗਿਆ ਕਿ ਸਾਲ ਦੇ ਵਿੱਚ 4 ਲੱਖ ਤੋਂ ਵੱਧ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਇਮੀਗ੍ਰੇਸ਼ਨ ਵਿਭਾਗ ਕਾਫੀ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਇਸੇ ਲਈ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ IRCC ਆਉਣ ਵਾਲੇ ਦਿਨਾਂ ਦੇ ਵਿੱਚ ਇੰਟਰਨੈਸ਼ਨਲ ਗ੍ਰੈਜੂਏਟਸ ਨੂੰ ਮੌਕਾ ਦੇ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਹਫ਼ਤੇ ਜਾਣਕਾਰੀ ਦਿੱਤੀ ਗਈ ਕਿ ਕਦੋਂ ਕੈਨੇਡਾ ਦੇ ਵਿੱਚ ਕੋਰੋਨਾ ਕਾਰਨ ਲਗਾਈਆਂ ਪਾਬੰਦੀਆਂ ਤੋਂ ਰਾਹਤ ਦਿੱਤੀ ਜਾਵੇਗੀ। ਉਹਨਾਂ ਨੇ ਇਸ ਬਾਰੇ ਦੱਸਿਆ ਕਿ 75% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਸ਼ਾਟ ਲੱਗਣ ਤੋਂ ਬਾਅਦ ਢਿੱਲ ਦਿੱਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਸ ਹਫ਼ਤੇ ਸਾਂਝੀ ਕੀਤੀ ਗਈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਕੈਨੇਡਾ ਦੇ ਵਿੱਚ ਕੋਰੋਨਾ ਵਾਇਰਸ ਦੇ ਕਾਰਨ ਜੋ ਪਾਬੰਦੀਆਂ ਲਗਾਈਆਂ ਗਈਆਂ ਉਹਨਾਂ ਨੂੰ ਕਦੋਂ ਹਟਾਇਆ ਜਾਵੇਗਾ। ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰਧਾਨ ਮੰਤਰੀ ਟਰੂਡੋ ਵੱਲੋਂ 1 ਡੋਜ਼ ਸਮਰ ਅਤੇ 2 ਡੋਜ਼ ਫਾਲ ਦਾ ਨਾਅਰਾ ਦਿੱਤਾ ਗਿਆ। ਦਰਅਸਲ ਪ੍ਰਧਾਨ ਮੰਤਰੀ ਟਰੂਡੋ ਦੇ ਇਸ ਨਾਅਰੇ ਦਾ ਮਤਲਬ ਸੀ ਕਿ ਜੇਕਰ ਅਸੀਂ ਫਾਲ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਵੈਕਸੀਨੇਟਡ ਹੋਣਾ ਚਾਹੁੰਦੇ ਹਾਂ, ਜਾਣੀ ਕਿ ਕੈਨੇਡਾ ਦੇ ਵਿੱਚ ਸਾਰੇ ਲੋਕਾਂ ਨੂੰ ਕੋਵਿਡ-19 ਵੈਕਸੀਨ ਲੱਗ ਜਾਵੇ, ਇਸ ਦੇ ਵਾਸਤੇ ਸਾਨੂੰ ਗਰਮੀਆਂ ਦੇ ਵਿੱਚ ਕੋਵਿਡ-19 ਵੈਕਸੀਨ ਦਾ ਸ਼ਾਟ ਲਗਵਾਉਣਾ ਹੋਵੇਗਾ। ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਕੋਰੋਨਾ ਕਾਰਨ ਜਾਰੀ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ ਜੇਕਰ ਕੋਵਿਡ-19 ਵੈਕਸੀਨ ਜ਼ਿਆਦਾਤਰ ਲੋਕਾਂ ਨੂੰ ਲਗਾਈ ਜਾਵੇ। ਜੇਕਰ ਕੈਨੇਡਾ ਦੀ ਆਬਾਦੀ ਦੇ ਵਿੱਚੋਂ 75% ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਪਹਿਲਾ ਸ਼ਾਟ ਲਗਾ ਦਿੱਤਾ ਗਿਆ ਤਾਂ ਇਹਨਾਂ ਰੈਸਟ੍ਰਿਕਸ਼ਨਸ ਨੂੰ ਹਟਾਇਆ ਜਾ ਸਕਦਾ ਹੈ। ਟਰੂਡੋ ਵੱਲੋਂ ਇੱਕ ਵਾਰ ਫਿਰ ਤੋਂ ਆਪਣੀ ਉਸ ਗੱਲ ਨੂੰ ਦੁਹਰਾਇਆ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਤੰਬਰ ਮਹੀਨੇ ਤੱਕ ਸਾਡੇ ਕੋਲ ਇੰਨੀਆਂ ਵੈਕਸੀਨ ਡੋਜ਼ ਹੋਣਗੀਆਂ ਕਿ ਹਰ ਇੱਕ ਕੈਨੇਡੀਅਨ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਇਆ ਜਾ ਸਕੇ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Yesterday, I met virtually with nurses in Manitoba to say thank you for their incredible work and to hear how things are going on the ground. I got to hear firsthand how exhausted they are, but also how determined they are to continue to be there for Canadians. So to nurses across the country, I know this past year has been tough and that this third wave is even harder. But you keep stepping up for your patients and for Canadians. Thank you for your dedication, your skill, and your compassion. Our government will continue to be there for everything you need, from vaccines to rapid tests to PPE to everything else. Our fight against COVID-19 is not over. In many parts of the country, cases are still too high and hospitals are still under incredible pressure. But there is hope. More Canadians are getting vaccinated every day. Almost 50% of eligible adults have received at least one shot. Canada is in the top 3 countries in the G20 in terms of daily vaccinations. By summer, we'll have enough vaccines so that every eligible Canadian will have gotten their first dose. And by September, as we've been saying for months, we'll have enough doses for every Canadian to be fully vaccinated.
So here's the situation. More and more Canadians are getting vaccinated, but like we know, cases in far too many places are far too high. We can't ease public health restrictions until cases are way down. We all want to have a summer where we can see our loved ones and invite friends over for barbecues. We can have that summer. We can have a one-dose summer. But for that, two things need to happen. First, restrictions need to remain in place until cases go way down with more screening, testing, and contact tracing. We need to successfully limit community transmission. Second, as Dr. Tam said, at least 75% of Canadians need to have received their first shots. And we need to keep ramping up those second doses. If we can do this, then we can have a more normal, better summer. And a one-dose summer sets us up for a two-dose fall, when we'll be able to talk about going back to school, back to work, and back to more normality. That's what the coming months could look like. That's what I'm excited about. And that's up to all of us by remaining vigilant, following local public health guidelines to drive case numbers down, and getting vaccinated. ਐਲਬਰਟਾ ਵੱਲੋਂ ਐਸਟ੍ਰਾਜੈਨੇਕਾ ਟੀਕਾ ਲਗਾਉਣਾ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਸੰਬੰਧਿਤ ਦੋ ਕਾਰਨ ਸਾਹਮਣੇ ਆਏ। ਪਹਿਲਾ ਕਾਰਨ ਇਸ ਦੀ ਸਪਲਾਈ ਤੇ ਦੂਸਰਾ ਇਸ ਦੇ ਨਾਲ ਜੋ ਬਲੱਡ ਕਲੌਟ ਦਾ ਮਾਮਲਾ ਜੁੜਿਆ ਹੋਇਆ ਹੈ। ਕੈਨੇਡਾ ਦੇ ਹੋਰ ਵੀ ਸੂਬਿਆਂ ਵੱਲੋਂ ਐਸਟ੍ਰਾਜੈਨੇਕਾ ਟੀਕੇ ਦੇ ਬਾਰੇ ਵਿੱਚ ਫੈਸਲਾ ਲਿਆ ਗਿਆ ਹੈ। ਐਲਬਰਟਾ ਤੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਤਾ ਚੱਲਿਆ ਹੈ ਕਿ ਐਲਬਰਟਾ ਵੱਲੋਂ ਹੁਣ ਐਸਟ੍ਰਾਜੈਨੇਕਾ ਵੈਕਸੀਨ ਦੀ ਡੋਜ਼ ਨਹੀਂ ਦਿੱਤੀ ਜਾਵੇਗੀ। ਜੀ ਹਾਂ, ਐਲਬਰਟਾ ਦੇ ਵਿੱਚ ਆਕਸਫੋਰਡ ਐਸਟ੍ਰਾਜੈਨੇਕਾ ਕੋਵਿਡ-19 ਵੈਕਸੀਨ ਦੀਆਂ ਪਹਿਲੀਆਂ ਖੁਰਾਕਾਂ ਦੇਣੀਆਂ ਬੰਦ ਕੀਤੀਆਂ ਜਾ ਰਹੀਆਂ ਹਨ। ਦੱਸ ਦਈਏ ਕਿ ਐਲਬਰਟਾ ਦੇ ਵਿੱਚ mRNA ਵੈਕਸੀਨ ਦੀਆਂ ਹੁਣ ਡੋਜ਼ ਦਿੱਤੀਆਂ ਜਾਣਗੀਆਂ। ਇਸ ਫੈਸਲੇ ਦੇ ਪਿੱਛੇ ਦੋ ਕਾਰਨ ਮੰਨੇ ਜਾ ਰਹੇ ਹਨ। ਇੱਕ ਕਾਰਨ ਕਿ ਫਾਈਜ਼ਰ, ਬਾਇਓਟੈਕ ਅਤੇ ਮਾਡਰਨਾ ਵੱਲੋਂ ਆਪਣੀ ਸਪਲਾਈ ਨੂੰ ਵਧਾਇਆ ਜਾ ਰਿਹਾ ਹੈ ਤੇ ਦੂਜਾ ਕਾਰਨ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਬਲੱਡ ਕਲੌਟ ਦੇ ਸੰਬੰਧੀ ਮਾਮਲੇ ਸਾਹਮਣੇ ਆ ਰਹੇ ਹਨ। ਅਜੇ ਇਸ ਸੰਬੰਧੀ ਫੈਸਲਾ ਨਹੀਂ ਲਿਆ ਗਿਆ ਕਿ ਜਿਹੜੇ ਲੋਕ ਐਸਟ੍ਰਾਜੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ, ਉਹਨਾਂ ਨੂੰ ਦੂਸਰੀ ਡੋਜ਼ ਕਿਹੜੀ ਵੈਕਸੀਨ ਦੀ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਐਸਟ੍ਰਾਜੈਨੇਕਾ ਵੈਕਸੀਨ ਦੇ ਨਾਲ ਸੰਬੰਧਿਤ ਕਈ ਬਲੱਡ ਕਲੌਟ ਦੇ ਮਾਮਲੇ ਸਾਹਮਣੇ ਆਏ। ਕੈਨੇਡਾ ਦੇ ਵਿੱਚ ਵੀ ਇਹਨਾਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਅਜਿਹੇ ਵੀ ਲੋਕ ਸਨ ਜਿਨ੍ਹਾਂ ਵੱਲੋਂ ਐਸਟ੍ਰਾਜੈਨੇਕਾ ਵੈਕਸੀਨ ਲਗਵਾਉਣ ਦੇ ਵਾਸਤੇ ਸੰਕੋਚ ਕੀਤਾ ਜਾ ਰਿਹਾ ਸੀ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕੈਨੇਡਾ ਦੇ ਵੈਕਸੀਨ ਮਾਹਰਾਂ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਲੋਕਾਂ ਨੂੰ ਐਸਟ੍ਰਾਜੈਨੇਕਾ ਦੀ ਡੋਜ਼ ਦੀ ਬਜਾਏ ਫਾਈਜ਼ਰ ਅਤੇ ਮਾਡਰਨਾ ਦੀ ਡੋਜ਼ ਦਿੱਤੀ ਜਾਵੇ ਜਿਨ੍ਹਾਂ ਨੂੰ ਕੋਵਿਡ-19 ਤੋਂ ਵੱਧ ਖਤਰਾ ਹੈ। ਐਲਬਰਟਾ ਦੇ ਨਿਆਂ ਮੰਤਰੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਟਿੱਪਣੀ ਕੀਤੀ ਗਈ। ਕਰੋਨਾ ਵਾਇਰਸ ਦੇ ਮਾਮਲੇ ਅਤੇ ਪਾਬੰਦੀਆਂ ਨੂੰ ਲੈ ਕੇ ਇਹ ਟਿੱਪਣੀ ਪ੍ਰਧਾਨ ਮੰਤਰੀ ਦੇ ਉੱਪਰ ਕੀਤੀ ਗਈ ਸੀ। ਟਰੂਡੋ ਵੱਲੋਂ ਇਸ ਨੂੰ ਸ਼ਰਮਨਾਕ ਦੱਸਿਆ ਗਿਆ। ਇਸ ਦੇ ਉੱਪਰ ਉਹਨਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਪਾਈ ਤੇ ਉਸ ਤੋਂ ਬਾਅਦ ਐਲਬਰਟਾ ਦੇ ਨਿਆਂ ਮੰਤਰੀ ਵੱਲੋਂ ਅਜਿਹਾ ਕਰਨ ਦੇ ਉੱਪਰ ਜਾਣੀ ਕਿ ਟਿੱਪਣੀ ਕਰਨ ਦੇ ਬਾਅਦ ਮੁਆਫੀ ਮੰਗ ਲਈ। ਐਲਬਰਟਾ ਦੇ ਜਸਟਿਸ ਮਿਨਿਸਟਰ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉੱਪਰ ਜੋ ਇਲਜ਼ਾਮ ਲਗਾਏ ਗਏ, ਉਹਨਾਂ ਦੀ ਪ੍ਰਧਾਨ ਮੰਤਰੀ ਵੱਲੋਂ ਨਿੰਦਾ ਕੀਤੀ ਗਈ ਹੈ। ਟਰੂਡੋ ਵੱਲੋਂ ਇਸ ਨੂੰ ਸ਼ਰਮਨਾਕ ਦੱਸਿਆ ਗਿਆ। ਇਸ ਸਭ ਤੋਂ ਬਾਅਦ ਐਲਬਰਟਾ ਦੇ ਜਸਟਿਸ ਮਿਨਿਸਟਰ ਵੱਲੋਂ ਮੁਆਫੀ ਮੰਗੀ ਗਈ ਹੈ। ਉਹਨਾਂ ਨੇ ਕਿਹਾ ਕਿ ਜੋ ਮੈਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਅਤੇ ਐਲਬਰਟਾ ਦੀ ਆਪੋਜੀਸ਼ਨ NDP ਦੇ ਬਾਰੇ ਕਿਹਾ, ਉਹ ਗਲਤ ਸੀ। ਅਜਿਹਾ ਕਰਨ ਤੇ ਮੈਂ ਮੁਆਫੀ ਮੰਗਣਾ ਚਾਹੁੰਦਾ ਹਾਂ। ਉਹਨਾਂ ਕਿਹਾ ਕਿ ਐਲਬਰਟਾ ਇਸ ਸਮੇਂ ਕਾਫੀ ਜ਼ਿਆਦਾ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਤੇ ਜੋ ਮੇਰੇ ਵੱਲੋਂ ਟਿੱਪਣੀ ਕੀਤੀ ਗਈ ਉਹ ਗਲਤ ਸੀ। ਜ਼ਿਕਰਯੋਗ ਹੈ ਕਿ ਜਸਟਿਸ ਮਿਨਿਸਟਰ ਵੱਲੋਂ ਫੇਸਬੁੱਕ ਦੇ ਉੱਪਰ ਇੱਕ ਪੋਸਟ ਪਾਈ ਗਈ ਜਿੱਥੇ ਉਹਨਾਂ ਨੇ ਫੈਡਰਲ ਸਰਕਾਰ ਅਤੇ NDP ਦੇ ਉੱਪਰ ਟਿੱਪਣੀ ਕੀਤੀ ਸੀ। ਉਹਨਾਂ ਵੱਲੋਂ ਆਪਣੀ ਪੋਸਟ ਦੇ ਵਿੱਚ ਲਿਖਿਆ ਗਿਆ ਸੀ ਕਿ ਪ੍ਰੋਵਿੰਸ ਕਿਸੇ ਵੀ ਤਰੀਕੇ ਦਾ ਕਰੋਨਾ ਵਾਇਰਸ ਦੇ ਚੱਲਦਿਆਂ ਰਿਸਕ ਨਹੀਂ ਲੈ ਸਕਦਾ। NDP ਅਤੇ ਫੈਡਰਲ ਲਿਬਰਲਸ ਇਸ ਦੇ ਉਲਟ ਚਾਹੁੰਦੇ ਹਨ। ਇਸ ਸੰਬੰਧੀ ਜਦੋਂ ਪ੍ਰੀਮੀਅਰ ਜੇਸਨ ਕੇਨੀ ਨੂੰ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਟਿੱਪਣੀ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਟਿੱਪਣੀ ਦੀ ਨਿੰਦਾ ਕੀਤੀ ਗਈ ਸੀ। ਉਹਨਾਂ ਨੇ ਇਸ ਨੂੰ ਸ਼ਰਮਨਾਕ ਦੱਸਿਆ ਸੀ। ਉਹਨਾਂ ਕਿਹਾ ਕਿ ਇਸ ਸਮੇਂ ਸਾਰੇ ਪ੍ਰੋਵਿੰਸ ਵੱਖ-ਵੱਖ ਸੂਬੇ ਇਕੱਠੇ ਹੋ ਕੇ ਕਰੋਨਾ ਵਾਇਰਸ ਦੇ ਖਿਲਾਫ ਲੜਾਈ ਲੜ ਰਹੇ ਹਨ ਤੇ ਦੂਜੇ ਪਾਸੇ ਅਜਿਹਾ ਕਮੈਂਟ ਸਾਹਮਣੇ ਆਉਣਾ ਸ਼ਰਮਨਾਕ ਹੈ। ਪਿਛਲੇ ਹਫ਼ਤੇ ਪ੍ਰੀਮੀਅਰ ਵੱਲੋਂ ਐਲਬਰਟਾ ਦੇ ਵਿੱਚ ਹੋਰ ਵੀ ਸਖਤੀਆਂ ਦਾ ਐਲਾਨ ਕੀਤਾ ਗਿਆ
ਤਾਂ ਕਿ ਹਸਪਤਾਲ ਦੇ ਵਿੱਚ ਜੋ ਮਰੀਜ਼ਾਂ ਦੀ ਗਿਣਤੀ ਵੱਧ ਰਹੀ ਹੈ ਉਸ ਦੇ ਵਿੱਚ ਕਾਬੂ ਕੀਤਾ ਜਾਵੇ। ਇਸ ਹਫਤੇ ਸਰੀ ਆਰਸੀਐਮਪੀ ਵੱਲੋਂ ਇੱਕ ਡਰਾਈਵਰ ਦੇ ਕੋਲੋਂ ਕੋਕੇਨ ਬਰਾਮਦ ਕੀਤੀ ਗਈ। ਇਸ ਦੇ ਨਾਲ ਹੀ ਡਰਾਈਵਰ ਤੋਂ ਹੋਰ ਵੀ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਜਿਸ ਦੀ ਸਾਰੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ। ਸਰੀ ਆਰਸੀਐਮਪੀ ਵੱਲੋਂ ਕੋਕੇਨ ਬਰਾਮਦ ਕੀਤੀ ਗਈ ਹੈ। ਸਰੀ ਆਰਸੀਐਮਪੀ ਦੇ ਮੁਤਾਬਕ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਕੋਕੇਨ ਦੀ ਇੱਕ ਪਾਰਸ਼ਲ ਬ੍ਰਿਕ ਬਰਾਮਦ ਕੀਤੀ ਗਈ। ਇਹ ਮਾਮਲਾ ਮਈ 9 ਨੂੰ ਸਾਹਮਣੇ ਆਇਆ, ਜਦੋਂ ਸਰੀ ਗੈਂਗ ਇਨਫੋਰਸਮੈਂਟ ਟੀਮ ਵੱਲੋਂ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਜੋ ਕਿ 108th ਐਵੀਨਿਊ ਅਤੇ 152nd ਸਟਰੀਟ ਦੇ ਉੱਪਰ ਸੀ। ਇਹ ਜਾਣਕਾਰੀ ਸਰੀ ਆਰਸੀਐਮਪੀ ਵੱਲੋਂ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਾਹਨ ਕਾਫੀ ਜ਼ਿਆਦਾ ਤੇਜ਼ ਰਫ਼ਤਾਰ ਦੇ ਵਿੱਚ ਸੀ। ਵਾਹਨ ਨੂੰ ਰੋਕਿਆ ਗਿਆ ਅਤੇ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਦੇ ਕੋਲੋਂ 257 ਗ੍ਰਾਮ ਦੀ ਕੋਕੇਨ ਵੀ ਬਰਾਮਦ ਕੀਤੀ ਗਈ। ਇੰਨਾ ਹੀ ਨਹੀਂ, ਇਸ ਦੇ ਕੋਲੋਂ ਕਈ ਮੋਬਾਈਲ ਫੋਨ ਅਤੇ $160 ਦਾ ਕੈਸ਼ ਤੇ ਨਾਲ ਹੀ ਚਾਕੂ ਵੀ ਬਰਾਮਦ ਕੀਤਾ ਗਿਆ। ਜਿਸ ਡਰਾਈਵਰ ਦੇ ਕੋਲੋਂ ਸਾਰੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਉਸ ਦੀ ਉਮਰ 27 ਸਾਲ ਦੇ ਕਰੀਬ ਦੱਸੀ ਗਈ ਹੈ ਅਤੇ ਉਹ ਕੋਕੁਇਟਲਮ ਦਾ ਰਹਿਣ ਵਾਲਾ ਦੱਸਿਆ ਗਿਆ। ਇਸ ਮਾਮਲੇ ਦੀ ਫਿਲਹਾਲ ਪੜਤਾਲ ਕੀਤੀ ਜਾ ਰਹੀ ਹੈ। ਇਸ ਡਰਾਈਵਰ ਦੇ ਉੱਪਰ ਕੋਈ ਵੀ ਚਾਰਜ ਨਹੀਂ ਲਗਾਇਆ ਗਿਆ। ਇਸ ਹਫਤੇ ਅਲਬਰਟਾ ਤੋਂ ਖਬਰ ਸਾਹਮਣੇ ਆਈ, ਜਿੱਥੇ ਨਸ਼ੇ ਦੇ ਮਾਮਲੇ ਦੇ ਵਿੱਚ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਦੇ ਵਿੱਚ ਇੱਕ ਪੰਜਾਬੀ ਸੀ, ਜਿਸ ਨੂੰ ਨਸ਼ੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਇਹਨਾਂ ਸਾਰਿਆਂ ਦੀ ਪਹਿਚਾਣ ਜਨਤਕ ਕੀਤੀ ਗਈ। ਮਾਮਲਾ ਅਲਬਰਟਾ ਤੋਂ ਸਾਹਮਣੇ ਆਇਆ, ਜਿੱਥੇ ਨਸ਼ੇ ਦੇ ਮਾਮਲੇ ਦੇ ਵਿੱਚ ਪੰਜਾਬੀਆਂ ਸਣੇ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਸੰਬੰਧੀ ਦਾ ਅਲਬਰਟਾ ਲਾਅ ਇਨਫੋਰਸਮੈਂਟ ਰਿਸਪੌਂਸ ਟੀਮ ਵੱਲੋਂ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਨੇ 3 ਲੋਕਾਂ ਨੂੰ $30 ਲੱਖ ਦੇ ਨਸ਼ੇ ਅਤੇ ਨਕਦੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਇਹਨਾਂ 3 ਲੋਕਾਂ ਦੇ ਵਿੱਚ ਇੱਕ ਪੰਜਾਬੀ ਦੱਸਿਆ ਗਿਆ, ਜਿਸ ਦਾ ਨਾਮ ਹਰਮਨਦੀਪ ਟਿਵਾਣਾ ਹੈ। ਇਸ ਤੋਂ ਇਲਾਵਾ ਗ੍ਰਿਫਤਾਰ ਕੀਤੇ ਗਏ ਸਾਥੀ ਐਸ਼ਲੇ ਸਟੈਨਵੇ ਅਤੇ ਰਿਆਨ ਬਲੈਕਮੋਰ ਸ਼ਾਮਲ ਹਨ। ਇਹਨਾਂ 3 ਜਾਣਿਆਂ ਦੇ ਕੋਲੋਂ $30 ਲੱਖ ਦਾ ਨਸ਼ਾ ਜਾਣੀ ਕਿ ਡਰੱਗਸ ਬਰਾਮਦ ਕੀਤੇ ਗਏ ਹਨ। ਇਸ ਦੇ ਵਿੱਚ 113.4 GHB, 22.3 ਕਿਲੋਗ੍ਰਾਮ ਮਿਥੇਮਫੈਟਾਮਾਈਨ, 18,000 ਫੈਂਟਾਨਿਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਨਾਲ ਹੀ 1.5 ਕਿਲੋਗ੍ਰਾਮ ਫੈਂਟਾਨਿਲ, 4.1 ਕਿਲੋਗ੍ਰਾਮ ਕੋਕੇਨ ਵੀ ਫੜੀ ਗਈ ਹੈ। ਇਸ ਸਭ ਦੀ ਕੀਮਤ $30 ਲੱਖ ਦੱਸੀ ਗਈ। ਇਸ ਤੋਂ ਇਲਾਵਾ 3 ਜਾਣਿਆਂ ਦੇ ਕੋਲੋਂ $3,86,220 ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਦੇ ਮੁਤਾਬਕ ਅਲਬਰਟਾ ਦੇ ਵਿੱਚ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਡਰੱਗ ਦੀ ਬਰਾਮਦਗੀ ਹੈ। ਪੁਲਿਸ ਵੱਲੋਂ ਇਸ ਦੀ ਜਾਂਚ ਦੇ ਵਿੱਚ ਹੋਰ ਵੱਡੇ ਖੁਲਾਸੇ ਕੀਤੇ ਜਾਣੇ ਬਾਕੀ ਹਨ, ਕਿਉਂਕਿ ਉਹਨਾਂ ਵੱਲੋਂ ਇਸ ਸੰਬੰਧੀ ਫਿਲਹਾਲ ਪੜਤਾਲ ਕੀਤੀ ਜਾ ਰਹੀ ਹੈ। ਹੈਲਥ ਕੈਨੇਡਾ ਵੱਲੋਂ ਇੱਕ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਦੱਸਿਆ ਕਿ ਭਾਰਤ ਦੇ ਨਾਲ ਉਡਾਨਾਂ ਬੰਦ ਕਰਨ ਤੋਂ ਬਾਅਦ ਉਡਾਨਾਂ ਰਾਹੀਂ ਜੋ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਸਨ, ਉਹਨਾਂ ਦੇ ਵਿੱਚ ਗਿਰਾਵਟ ਦੇਖੀ ਗਈ। ਦੱਸ ਦਈਏ ਕਿ ਇਸੇ ਹਫਤੇ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਲੱਗੀ ਰੋਕ ਨੂੰ ਵਧਾਇਆ ਗਿਆ। ਏਅਰ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਕਿ ਉਹਨਾਂ ਵੱਲੋਂ ਉਡਾਨਾਂ ਦੇ ਉੱਪਰ ਰੋਕ ਜੂਨ 22 ਤੱਕ ਵਧਾਈ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ ਭਾਰਤ ਦੇ ਨਾਲ ਜੂਨ 22 ਤੱਕ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ ਹੈ। ਇਹ ਫੈਸਲਾ ਕਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ। ਇਸ ਦੀ ਜਾਣਕਾਰੀ ਏਅਰ ਕੈਨੇਡਾ ਸਪੋਕਸਪਰਸਨ ਵੱਲੋਂ ਸਾਂਝੀ ਕੀਤੀ ਗਈ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਸਭ ਤੋਂ ਪਹਿਲਾਂ ਫੈਡਰਲ ਸਰਕਾਰ ਵੱਲੋਂ ਅਪ੍ਰੈਲ 22 ਨੂੰ ਭਾਰਤ ਅਤੇ ਪਾਕਿਸਤਾਨ ਦੇ ਨਾਲ ਉਡਾਨਾਂ ਨੂੰ ਬੈਨ ਕਰ ਦਿੱਤਾ ਗਿਆ ਸੀ, ਜੋ ਕਿ 30 ਦਿਨਾਂ ਦੇ ਵਾਸਤੇ ਬੰਦ ਕੀਤੀਆਂ ਗਈਆਂ ਸਨ। ਇਨ੍ਹਾਂ ਉਡਾਨਾਂ ਦੇ ਬੰਦ ਕੀਤੇ ਜਾਣ ਤੋਂ ਬਾਅਦ ਇੱਕ ਖਾਸ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਪਤਾ ਚੱਲਿਆ ਕਿ ਭਾਰਤ ਅਤੇ ਪਾਕਿਸਤਾਨ ਤੋਂ ਆਉਂਦੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਤੋਂ ਬਾਅਦ ਕੈਨੇਡਾ ਪਹੁੰਚ ਰਹੀਆਂ ਉਡਾਨਾਂ ਦੇ ਵਿੱਚ ਕੋਵਿਡ-19 ਮਾਮਲੇ ਘੱਟ ਸਾਹਮਣੇ ਆਏ ਹਨ, ਜਾਣੀ ਕਿ ਇਨ੍ਹਾਂ ਮਾਮਲਿਆਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ। ਹੈਲਥ ਕੈਨੇਡਾ ਵੱਲੋਂ ਜੋ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ 10 ਤੋਂ 23 ਅਪ੍ਰੈਲ ਦੇ ਵਿਚਕਾਰ 135 ਅੰਤਰਰਾਸ਼ਟਰੀ ਉਡਾਨਾਂ ਦੇ ਉੱਪਰ ਕੋਵਿਡ-19 ਦੇ ਮਾਮਲੇ ਸਾਹਮਣੇ ਆਏ ਸਨ। ਇਸ ਦੇ ਵਿੱਚ 36 ਫਲਾਈਟਸ ਭਾਰਤ ਤੋਂ ਸਿੱਧੀਆਂ ਪਹੁੰਚੀਆਂ ਸਨ ਅਤੇ 2 ਫਲਾਈਟਸ ਪਾਕਿਸਤਾਨ ਤੋਂ ਸਿੱਧੀਆਂ ਆਈਆਂ ਸਨ। 24 ਅਪ੍ਰੈਲ ਤੋਂ 7 ਮਈ ਵਿਚਕਾਰ ਕੋਵਿਡ-19 ਦੇ ਮਾਮਲਿਆਂ ਵਾਲੀਆਂ ਫਲਾਈਟਸ ਦੀ ਗਿਣਤੀ 56 ਦੱਸੀ ਗਈ। ਇਸ ਦੇ ਵਿੱਚ ਉਹ ਉਡਾਨਾਂ ਸ਼ਾਮਲ ਸਨ ਜੋ ਅਮਰੀਕਾ ਅਤੇ 8 ਫਲਾਈਟਸ ਯੂਰਪ ਤੋਂ ਕੈਨੇਡਾ ਪਹੁੰਚੀਆਂ ਸਨ।
ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਫੈਡਰਲ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਸੀ ਕਿ ਉਡਾਨਾਂ ਦੇ ਉੱਪਰ ਜਾਣੀ ਕਿ ਭਾਰਤ ਅਤੇ ਪਾਕਿਸਤਾਨ ਤੋਂ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਸ ਦੇ ਨਾਲ ਸੰਬੰਧਿਤ 에ਅਰ ਕੈਨੇਡਾ ਵੱਲੋਂ ਇੱਕ ਵਾਰ ਫਿਰ ਤੋਂ ਐਲਾਨ ਕੀਤਾ ਗਿਆ, ਜਿੱਥੇ ਹੁਣ ਜੂਨ 22 ਤੱਕ ਇਸ ਨੂੰ ਵਧਾ ਦਿੱਤਾ ਗਿਆ ਹੈ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਜੋ ਨਵਾਂ ਰੂਪ ਪਾਇਆ ਗਿਆ ਉਹ ਕੈਨੇਡਾ ਦੇ ਵਾਸਤੇ ਚਿੰਤਾ ਦਾ ਵਿਸ਼ਾ ਬਣ ਗਿਆ, ਕਿਉਂਕਿ ਬ੍ਰਿਟਿਸ਼ ਕੋਲੰਬੀਆ, ਐਲਬਰਟਾ, ਓਨਟਾਰੀਓ ਅਤੇ ਕਿਊਬੈਕ ਤੋਂ ਭਾਰਤ ਦੇ ਵੇਰੀਐਂਟ ਦੇ ਨਾਲ ਸੰਬੰਧਿਤ ਮਾਮਲੇ ਸਾਹਮਣੇ ਆਏ ਸਨ। ਬਰਨਵੀ ਦੇ ਵਿੱਚ ਗੋਲੀਆਂ ਚੱਲੀਆਂ, ਜਿਸ ਦੌਰਾਨ ਕਤਲ ਕੀਤਾ ਗਿਆ ਨੌਜਵਾਨ ਪੰਜਾਬੀ ਨਿਕਲਿਆ। ਇਸ ਦੀ ਪਹਿਚਾਣ ਜਸਕੀਰਤ ਸਿੰਘ ਦੇ ਤੌਰ ਦੇ ਉੱਪਰ ਕੀਤੀ ਗਈ, ਜਿਸ ਦੀ ਉਮਰ 23 ਸਾਲ ਦੇ ਕਰੀਬ ਦੱਸੀ ਗਈ। ਬਰਨਵੀ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ ਹੈ। ਇਸ ਘਟਨਾ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 2 ਜਾਣੇ ਜ਼ਖਮੀ ਹੋਏ ਹਨ। ਇਹ ਮਾਮਲਾ 13 ਮਈ ਸ਼ਾਮੀ 8:30 ਵਜੇ ਦੇ ਕਰੀਬ ਸਾਹਮਣੇ ਆਇਆ ਸੀ। ਇਸ ਦੇ ਵਿੱਚ ਮਰਨ ਵਾਲੇ ਦੀ ਪਹਿਚਾਣ ਦੱਸੀ ਗਈ। ਇਸ ਨੌਜਵਾਨ ਦੀ ਪਹਿਚਾਣ ਜਸਕੀਰਤ ਸਿੰਘ ਕਾਲਕਟ ਦੇ ਤੌਰ ਦੇ ਉੱਪਰ ਕੀਤੀ ਗਈ, ਜਿਸ ਦੀ ਉਮਰ 23 ਸਾਲ ਦੱਸੀ ਗਈ ਹੈ। ਇਸ ਘਟਨਾ ਦੇ ਵਿੱਚ ਜਿਹੜੇ 2 ਜਾਣੇ ਜ਼ਖਮੀ ਹੋਏ ਹਨ, ਉਹਨਾਂ ਦੀ ਪਹਿਚਾਣ ਅਜੇ ਜਨਤਕ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਲੋਅਰ ਮੇਨਲੈਂਡ ਦੇ ਵਿੱਚ ਬੀਤੇ ਕੁਝ ਹਫ਼ਤਿਆਂ ਤੋਂ ਗੈਂਗ ਹਿੰਸਾ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਕੱਲ ਸ਼ਾਮ ਵੀ ਬਰਨਵੀ ਦੇ ਇੱਕ ਸ਼ਾਪਿੰਗ ਮਾਲ ਦੇ ਵਿੱਚ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਈ। ਇਸ ਘਟਨਾ ਦੇ ਵਿੱਚ ਜਸਕੀਰਤ ਸਿੰਘ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਸੀ। ਇਸ ਦੇ ਨਾਲ ਹੀ ਇੱਕ ਆਦਮੀ ਅਤੇ ਔਰਤ ਵੀ ਇਸ ਦੌਰਾਨ ਜ਼ਖਮੀ ਪਾਏ ਗਏ। ਜਾਣਕਾਰੀ ਦੇ ਲਈ ਦੱਸ ਦਈਏ ਕਿ ਜਸਕੀਰਤ ਅਤੇ ਉਸ ਦਾ ਭਰਾ ਗੈਰੀ ਕਾਲਕਟ ਦੋਵੇਂ ਬ੍ਰਦਰ ਕੀਪਰਸ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਹਨ। ਜਸਕੀਰਤ ਕਈ ਮਾਮਲਿਆਂ ਦੇ ਵਿੱਚ ਪਹਿਲਾਂ ਵੀ ਚਾਰਜ ਕੀਤਾ ਜਾ ਚੁੱਕਾ ਹੈ। ਜਸਕੀਰਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਰਾਏ ਦੇ ਨਾਲ ਸੰਬੰਧ ਰੱਖਦਾ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਵੈਨਕੂਵਰ ਹਵਾਈ ਅੱਡੇ ਦੇ ਉੱਪਰ ਜੋ ਵਾਰਦਾਤ ਸਾਹਮਣੇ ਆਈ ਸੀ, ਜਿਸ ਦੇ ਵਿੱਚ ਕਰਮਨ ਗਰੇਵਾਲ ਦੀ ਮੌਤ ਹੋਈ ਸੀ, ਇਸ ਘਟਨਾ ਨੂੰ ਉਸ ਦੇ ਬਦਲੇ ਦੇ ਤੌਰ ਦੇ ਉੱਪਰ ਵੀ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਕੱਲ ਸਾਊਥ ਸਰੀ ਦੇ ਵਿੱਚ ਪੁਲਿਸ ਨੂੰ ਇੱਕ ਸੜਿਆ ਹੋਇਆ ਵਾਹਨ ਵੀ ਮਿਲਿਆ, ਜਿਸ ਦੀ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹੋ ਸਕਦਾ ਹੈ ਕਿ ਇਹ ਵੀ ਵਾਹਨ ਇਸ ਘਟਨਾ ਦੇ ਨਾਲ ਹੀ ਸੰਬੰਧਿਤ ਹੋਵੇ, ਜੋ ਕਿ ਬਰਨਵੀ ਤੋਂ ਸਾਹਮਣੇ ਆਈ ਹੈ। ਪੁਲਿਸ ਨੂੰ 18 ਐਵੀਨਿਊ ਦੇ 18500 ਬਲਾਕ ਤੋਂ ਇਹ ਜਾਣਕਾਰੀ ਮਿਲੀ ਸੀ ਕਿ ਉੱਥੇ ਇੱਕ ਸੜਿਆ ਹੋਇਆ ਵਾਹਨ ਪਿਆ ਹੈ। ਇਸ ਸੜੇ ਹੋਏ ਵਾਹਨ ਦੀ ਜਾਣਕਾਰੀ ਪੁਲਿਸ ਨੂੰ ਬਰਨਵੀ ਦੇ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਦੇ 30 ਮਿੰਟ ਦੇ ਆਸ-ਪਾਸ ਮਿਲੀ ਹੈ। ਇਸ ਦੌਰਾਨ ਚਸ਼ਮਦੀਦ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਵਾਹਨ ਨੂੰ ਹਿਡਨ ਡਰਾਈਵੇ ਦੇ ਵਿੱਚ ਪਾਰਕ ਕੀਤਾ ਗਿਆ ਸੀ। ਹੁਣ ਆਰਸੀਐਮਪੀ ਵੱਲੋਂ ਇਸ ਸੰਬੰਧੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਬਰਨਵੀ ਦੇ ਵਿੱਚ ਜੋ ਗੋਲੀਬਾਰੀ ਦੀ ਘਟਨਾ ਹੋਈ ਹੈ, ਇਸ ਵਾਹਨ ਦਾ ਉਸ ਦੇ ਨਾਲ ਸੰਬੰਧ ਹੈ ਜਾਂ ਫਿਰ ਨਹੀਂ। ਹਾਲ ਹੀ ਦੇ ਵਿੱਚ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੇ ਜੋ ਹਾਲਾਤ ਨੇ ਉਸ ਨੂੰ ਧਿਆਨ ਵਿੱਚ ਰੱਖਦਿਆਂ ਮਦਦ ਭੇਜੀ ਜਾ ਰਹੀ ਹੈ। ਅਜਿਹਾ ਹੀ ਹੋਇਆ, ਜੋ ਮਦਦ ਭੇਜੀ ਗਈ ਉਸ ਦੀ ਦੂਸਰੀ ਖੇਪ ਵੀ ਭਾਰਤ ਪਹੁੰਚੀ, ਜਿਸ ਦੀ ਜਾਣਕਾਰੀ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ ਗਈ। ਇਸ ਦੇ ਵਿੱਚ 300 ਵੈਂਟੀਲੇਟਰ ਸ਼ਾਮਲ ਸਨ ਜੋ ਭਾਰਤ ਨੂੰ ਭੇਜੇ ਗਏ। ਕੈਨੇਡੀਅਨ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਵੱਲੋਂ ਆਪਣੀ ਫੇਸਬੁੱਕ ਅਕਾਊਂਟ ਦੇ ਉੱਪਰ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਕੈਨੇਡਾ ਵੱਲੋਂ ਭਾਰਤ ਨੂੰ ਮਦਦ ਭੇਜੀ ਗਈ ਉਹ ਉੱਥੇ ਪਹੁੰਚ ਚੁੱਕੀ ਹੈ। ਹਰਜੀਤ ਸੱਜਣ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਨੇ ਲਿਖਿਆ ਕਿ ਸਾਡੀਆਂ ਕੈਨੇਡੀਅਨ ਸੈਨਾਵਾਂ ਦੇ ਮੈਂਬਰ ਕੋਵਿਡ-19 ਦੇ ਵਿਰੁੱਧ ਜੰਗ ਲੜਨ ਦੇ ਲਈ ਜ਼ਿੰਦਗੀ ਬਚਾਉਣ ਵਾਲੀਆਂ ਮੈਡੀਕਲ ਸਪਲਾਈਜ਼ ਲੈ ਕੇ ਅੱਜ ਸਵੇਰੇ ਇੰਡੀਆ ਪਹੁੰਚ ਗਏ ਹਨ। ਇਹ ਜੰਗ ਅਸੀਂ ਰਲ ਕੇ ਹੀ ਜਿੱਤ ਸਕਦੇ ਹਾਂ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਜੋ ਹਾਲਾਤ ਹਨ ਉਸ ਨੂੰ ਦੇਖਦਿਆਂ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਰਤ ਨੂੰ ਕੈਨੇਡਾ ਵੱਲੋਂ ਮਦਦ ਭੇਜੀ ਜਾਵੇਗੀ। ਇਸੇ ਦੀ ਹੀ ਜਾਣਕਾਰੀ ਹਰਜੀਤ ਸੱਜਣ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸੀਏ ਕਿ ਕੈਨੇਡੀਅਨ ਆਰਮਡ ਫੋਰਸਿਸ ਵੱਲੋਂ ਦਿੱਲੀ ਸਾਰੀਆਂ ਸਪਲਾਈਜ਼ ਪਹੁੰਚਾ ਦਿੱਤੀਆਂ ਗਈਆਂ ਨੇ, ਜੋ ਕਿ ਕੈਨੇਡਾ ਤੋਂ ਰਵਾਨਾ ਕੀਤੀਆਂ ਗਈਆਂ ਸਨ। ਇਸ ਦੀ ਜਾਣਕਾਰੀ ਕੈਨੇਡਾ ਦੇ ਵਿੱਚ ਹਾਈ ਕਮਿਸ਼ਨਰ ਨਾਦਰ ਪਟੇਲ ਵੱਲੋਂ ਵੀ ਆਪਣੇ ਟਵਿੱਟਰ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਨੇ ਦੱਸਿਆ ਹੈ ਕਿ ਸਾਨੂੰ ਮੈਡੀਕਲ ਸਪਲਾਈਜ਼ ਪਹੁੰਚ ਗਈਆਂ ਨੇ, ਜਿਸ ਦੇ ਵਿੱਚ 25000 ਐਂਟੀ ਵਾਇਰਲ ਵਾਇਲਸ ਅਤੇ 50 ਵੈਂਟੀਲੇਟਰ ਹਨ। ਦੱਸੀਏ ਕਿ ਭਾਰਤ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜੀ ਹੋਈ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆ ਰਹੇ ਨੇ। ਉਧਰ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਵੀ ਇਸ ਕੋਰੋਨਾ ਵਾਇਰਸ ਦੇ ਕਾਰਨ ਹੋ ਰਹੀ ਹੈ। ਭਾਰਤ ਦੇ ਵਿੱਚ ਜੋ ਕੋਰੋਨਾ ਵਾਇਰਸ ਦੇ ਇਸ ਸਮੇਂ ਹਾਲਾਤ ਬਣੇ ਹੋਏ ਨੇ, ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਭਾਰਤ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ। ਇਸੇ ਦੇ ਚੱਲਦਿਆਂ ਹੀ ਜਿਹੜੀਆਂ ਸਪਲਾਈਜ਼ ਭੇਜੀਆਂ ਗਈਆਂ ਉਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਕੈਨੇਡਾ ਦੇ ਵਿੱਚ ਕਰੋਨਾ ਦੀ ਦੂਸਰੀ ਲਹਿਰ ਦੇ ਦੌਰਾਨ ਵੱਧ ਜੁਰਮਾਨੇ ਲਗਾਏ ਗਏ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕਿਸ ਸੂਬੇ ਵੱਲੋਂ ਕਦੋਂ ਕਿੰਨੇ ਜੁਰਮਾਨੇ ਤੇ ਟਿਕਟਾਂ ਜਾਰੀ ਕੀਤੀਆਂ ਗਈਆਂ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੋ ਯਾਤਰਾ ਸੰਬੰਧੀ ਪਾਬੰਦੀਆਂ ਲਗਾਈਆਂ ਗਈਆਂ, ਉਸੇ ਦੇ ਚੱਲਦਿਆਂ ਮਾਊਂਟੀਜ਼ ਦੇ ਵੱਲੋਂ ਪਹਿਲੀ ਟਿਕਟ ਜਾਰੀ ਕੀਤੀ ਗਈ ਹੈ। ਵਾਹਨ ਨੂੰ ਤੇਜ਼ ਰਫ਼ਤਾਰ ਦੇ ਵਿੱਚ ਲੈ ਕੇ ਜਾਣ ਅਤੇ ਹੋਰ ਉਲੰਘਣ ਦੇ ਚੱਲਦਿਆਂ ਆਫੀਸਰ ਦੇ ਵੱਲੋਂ ਅਜਿਹਾ ਕੀਤਾ ਗਿਆ। ਇਹ ਟਿਕਟ ਉਸ ਸਮੇਂ ਜਾਰੀ ਕੀਤੀ ਗਈ ਜਦੋਂ ਨਾਰਥ ਵੈਨਕੂਵਰ ਦਾ ਰਹਿਣ ਵਾਲਾ ਸਾਊਦਰਨ ਵੈਨਕੂਵਰ ਆਈਲੈਂਡ ਦੇ ਉੱਪਰ ਪਾਇਆ ਗਿਆ। ਮਾਊਂਟੀਜ਼ ਦੇ ਵੱਲੋਂ ਨਾਨ ਐਸੈਂਸ਼ੀਅਲ ਟਰੈਵਲ ਦੇ ਕਰਕੇ ਉਸ ਨੂੰ ਟਿਕਟ ਜਾਰੀ ਕੀਤੀ ਗਈ। ਆਫੀਸਰਸ ਦੇ ਵੱਲੋਂ ਇਸ ਸੰਬੰਧੀ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਪਬਲਿਕ ਸੇਫਟੀ ਮਿਨਿਸਟਰ ਮਾਈਕ ਵੱਲੋਂ ਕਰੋਨਾ ਵਾਇਰਸ ਦੇ ਚੱਲਦਿਆਂ ਯਾਤਰਾ ਪਾਬੰਦੀਆਂ ਲਗਾਈਆਂ ਗਈਆਂ, ਜੋ ਕਿ 3 ਪ੍ਰੋਵਿੰਸ਼ੀਅਲ ਹੈਲਥ ਜ਼ੋਨਸ ਦੇ ਵਿੱਚ ਲਗਾਈਆਂ ਗਈਆਂ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਜੇਕਰ ਕੋਈ ਇਸ ਯਾਤਰਾ ਪਾਬੰਦੀਆਂ ਦਾ ਉਲੰਘਣ ਕਰੇਗਾ ਤੇ ਉਸ ਨੂੰ ਐਮਰਜੈਂਸੀ ਪ੍ਰੋਗਰਾਮ ਐਕਟ ਦੇ ਅਧੀਨ $575 ਦਾ ਜੁਰਮਾਨਾ ਲਗਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵਿੱਚ ਕਰੋਨਾ ਵਾਇਰਸ ਦੇ ਜੋ ਮਾਮਲੇ ਲਗਾਤਾਰ ਵਧਦੇ ਜਾ ਰਹੇ ਨੇ। ਪ੍ਰੋਵਿੰਸ ਦੇ ਵਿੱਚ ਜਾਣੀ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਕਰੋਨਾ ਵਾਇਰਸ ਦੇ ਫੈਲਾਅ ਨੂੰ ਕਾਬੂ ਦੇ ਵਿੱਚ ਕਰਨ ਵਾਸਤੇ ਯਾਤਰਾ ਸੰਬੰਧੀ ਪਾਬੰਦੀਆਂ ਦਾ ਐਲਾਨ ਕੀਤਾ ਗਿਆ, ਜਿਸ ਦੇ ਚੱਲਦਿਆਂ ਅੱਜ ਪਹਿਲੀ ਟਿਕਟ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਭਾਰਤ ਨਾਲ ਉਡਾਣਾਂ ਬੰਦ ਕਰਨ ਤੋਂ ਬਾਅਦ ਕੈਨੇਡਾ ਦੇ ਵਿੱਚ ਘਟ ਹੋਏ ਕਰੋਨਾ ਮਾਮਲੇ, ਹੈਲਥ ਕੈਨੇਡਾ ਨੇ ਸਾਂਝੀ ਕੀਤੀ ਜਾਣਕਾਰੀ। ਬਰਨਵੀ ਦੇ ਵਿੱਚ ਕਤਲ ਕੀਤੇ ਨੌਜਵਾਨ ਦੀ ਹੋਈ ਪਹਿਚਾਣ, ਕਤਲ ਹੋਣ ਵਾਲਾ ਨੌਜਵਾਨ ਨਿਕਲਿਆ ਪੰਜਾਬੀ। ਨਹੀਂ ਰੁਕ ਰਹੀ ਕੈਨੇਡਾ ਦੇ ਵਿੱਚ ਗੈਂਗ ਵਾਰ, ਵੈਨਕੂਵਰ 에ਅਰਪੋਰਟ ਦੇ ਉੱਪਰ ਕਰਮਨ ਗਰੇਵਾਲ ਦਾ ਕਤਲ। ਵਿਦਿਆਰਥੀ ਪੱਕੇ ਹੋਣ ਦੀ ਨਾ ਛੱਡਣ ਉਮੀਦ, IRCC ਵਿਦਿਆਰਥੀਆਂ ਦੇ ਲਈ ਕਰ ਸਕਦੀ ਵੱਡਾ ਐਲਾਨ। ਟਰੂਡੋ ਦਾ ਕੈਨੇਡਾ ਤੋਂ ਪਾਬੰਦੀਆਂ ਹਟਾਉਣ ਦੇ ਬਾਰੇ ਐਲਾਨ, ਟਰੂਡੋ ਨੇ ਦੱਸਿਆ ਕਦੋਂ ਹਟਣਗੀਆਂ ਪਾਬੰਦੀਆਂ। ਕੈਨੇਡਾ ਨੇ ਭਾਰਤ ਭੇਜੇ 300 ਵੈਂਟੀਲੇਟਰ, ਹਰਜੀਤ ਸੱਜਣ ਨੇ ਦਿੱਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।